बैर। अकाल मूरत अजूनी सैभं गुर प्रसाद। कहा बुद्ध प्रभु तुझ हमारी, बरन सकै महिमा जो तिहारी। हम ना सकत कर सिफत तुम्हारी, आप लिहो तुम कथा सुधारी। हम ना सकत कर सिफत तुम्हारी, आप लिहो तुम कथा सुधारी। देवी देव देहुरे संतोख सिंह दूर होते। रीत मिट जाती कथा वेदन पुराण की। श्री गुरु गोबिंद सिंह पावन परम सूर। मूरत ना होती जो पै करनाद दान की। श्री गुरु गोबिंद सिंह पावन परम सूर। मूरत न होती जो पै करना दान की। कंकारा सतगुरु तह प्रसाद सच होए। वाहिगुरु जी की फतेह। विघन विनाशन सोय। वाहिगुरु जी की फतेह। विघन विनाशन सोय। सन्मान जो साध संगत जी, वडभागी हो आप तंता दे जोग हो। मालक पिता शब्द गुरु साहिब श्री गुरु ग्रंथ साहिब सच्चे पातशाह जी दी पावन पवित्र गोद विच आप जुड़ बैठे। ये बहुत ही प्यार सत्कार नाल गुरु घर दे हजूरी रागी जथे कोलों, जो कि रोज़ ही प्यार नाल आप संगतां नूं अपनी मनोहर आवाज़ विच कीर्तन सरवण कराउंदे हन। सरवण कराया हुण थोड़े समय वास्ते होर जुड़िए, क्योंकि जुड़न भी सुख है ते टुटण विच दुख है। सन 1984 विच समेधी हुकूमत ने जो सिख कतलेआम किया वो बख्शण योग नहीं, ते ना ही कोई सिख नूं भुला सकता है। जदों वो साका सामने आउंदा है, जिन्हां ने वेख्या है उन्हां दी अखां तो दूर अज भी नहीं हुंदा। जिन्हां ने हंडाया है वो दुख वेख्या है। जिन्हां परिवारां दे जी गए हन वो किवें भुला सकदे हन। साध संगत सो गुरु साहिब कृपा कर 37वां सालाना शहीदी समागम जो हर साल उन्हां शहीदां नूं याद कीता जांदा है। गुरुद्वारा शहीदगंज तिलक विहार सरबत संगतां वल्लों 37वां सालाना ये शहीदी समागम है। आओ जुड़ो गुरु पातशाह के चरनां विच, बुलाओ फतेह। वाहिगुरु जी का खालसा, वाहिगुरु जी की फतेह। ये वाकया जिहड़ा होया है 84 विच, नवंबर 84। साध संगत मैं पहला भी अर्ज की है भी सिख दा जिहड़ा जन्म होया है वो खंडे की धार तो होया है। खंडे की धार तो सिख होया ही शहीद होने वास्ते है। सिख दा जन्म पहला मरण कबूल जीवन की छड़ास। हो सबना की रेन का तो आओ हमारे पास। खंडे की धार तो सिख दा जन्म होया।
ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸਿੱਖ ਧਰਮ ਦੇ ਬਾਨੀ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਪੰਥ ਦੇ ਬਾਨੀ ਕਿ ਗੁਰੂ ਨਾਨਕ ਪਾਤਸ਼ਾਹ ਵੇਲੇ ਔਕੜਾਂ ਨਹੀਂ ਆਈਆਂ, ਕਿ ਗੁਰੂ ਨਾਨਕ ਪਾਤਸ਼ਾਹ ਬਾਬਰ ਦੀ ਕੈਦ ਵਿੱਚ ਬੰਦ ਨਹੀਂ ਹੋਏ, ਜੇਲ੍ਹ ਵਿੱਚ, ਔਰ ਬੜੇ ਦੁੱਖ ਆਏ। ਇਹ ਗੁਰੂ ਨਾਨਕ ਪਾਤਸ਼ਾਹ ਦੇ ਹਿੱਸੇ ਆਇਆ ਬਾਬਰ ਨੂੰ ਜਾਬਰ ਕਹਿ ਦੇਣਾ। ਤੂੰ ਬਾਬਰ ਨਹੀਂ, ਤੂੰ ਤਾਂ ਜਾਬਰ ਹੈ। ਦੋ ਰੋਟੀਆਂ ਦੇ ਖਾਤਰ ਇਤਨਾ ਖੂਨ ਖਰਾਬਾ, ਇਹ ਤਾਂ ਤੈਨੂੰ ਆਪਣੇ ਦੇਸ਼ ਵਿੱਚ ਹੀ ਮਿਲਦੀਆਂ ਸਨ। ਹਿੰਦੁਸਤਾਨ ਦੀ ਅਜ਼ਮਤ ਲੁੱਟੀ, ਅਸਮਤ ਲੁੱਟੀ, ਤੇ ਇੰਨਾ ਖੂਨ ਖਰਾਬਾ। ਸਤਿਗੁਰ ਪਾਤਸ਼ਾਹ ਜੀ ਨੂੰ ਤਰਸ ਆਇਆ। ਸਾਧ ਸੰਗਤ, ਬੇਕਸੂਰ ਬਾਬਰ ਦੇ ਜੇਲ੍ਹ ਖਾਨੇ ਵਿੱਚ ਸਾਧੂ ਸੰਤ ਬ੍ਰਾਹਮਣ ਫਕੀਰ ਬੰਦ ਸਨ, ਜੋ ਚੱਕੀ ਪੀਂਦੇ ਪਏ ਸਨ। ਸਤਿਗੁਰੂ ਮਹਾਰਾਜ ਨੂੰ ਤਰਸ ਆਇਆ, ਉਹਨਾਂ ਨੂੰ ਰਿਹਾ ਕਰਾਇਆ। ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਸਾਹਮਣੇ ਔਕੜਾਂ ਨਹੀਂ ਆਈਆਂ। ਜਿਸ ਵੇਲੇ ਹਿਮਾਯੂ ਸ਼ਾਸਨ ਸਮੇਂ ਦੇ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਭੱਜ ਕੇ ਆਇਆ, ਮੈਦਾਨ ਛੱਡ ਕੇ ਆਇਆ, ਸ੍ਰੀ ਖਡੂਰ ਸਾਹਿਬ ਦੀ ਧਰਤੀ 'ਤੇ ਪਤਾ ਕੀਤਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਇਹ ਕਾਮਲ ਗੁਰੂ ਹਨ, ਇਹ ਪੂਰਾ ਘਰ ਹੈ, ਇੱਥੇ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਤੇ ਰਾਜ ਦੀ ਇੱਛਾ ਲੈ ਕੇ ਜਦੋਂ ਆਇਆ ਤੇ ਸਤਿਗੁਰੂ ਪਾਤਸ਼ਾਹ ਜੀ ਬੱਚਿਆਂ ਦੀਆਂ, ਨੌਜਵਾਨਾਂ ਦੀਆਂ ਖੇਡਾਂ ਵੇਖ ਰਹੇ ਸਨ, ਉਹਨਾਂ ਦੀਆਂ ਕੁਸ਼ਤੀਆਂ ਵੇਖ ਰਹੇ ਸਨ, ਮੱਲ ਅਖਾੜਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਰੰਭ ਕੀਤਾ ਸੀ। ਹਿਮਾਯੂ ਉਹਨੇ ਵੇਖਿਆ ਮੈਨੂੰ ਕਾਫੀ ਚਿਰ ਹੋ ਗਿਆ ਹੈ, ਸਤਿਗੁਰਾਂ ਨੇ ਮੇਰੇ ਵੱਲ ਤੱਕਿਆ ਤੱਕ ਨਹੀਂ। ਉਹਨੂੰ ਗੁੱਸਾ ਆਇਆ, ਕ੍ਰੋਧ ਆਇਆ, ਤਲਵਾਰ ਮਿਆਨ ਵਿੱਚੋਂ ਬਾਹਰ ਕੱਢੀ ਗੁਰੂ ਜੀ ਦੇ ਉੱਤੇ ਚਲਾਉਣ ਵਾਸਤੇ। ਜਦੋਂ ਮਿਆਨ ਵਿੱਚੋਂ ਤਲਵਾਰ ਕੱਢੀ ਤੇ ਸਤਿਗੁਰੂ ਜੀ ਮੁਸਕਰਾਏ। ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਬਾਦਸ਼ਾਹ ਇਹ ਸ਼ੇਰ ਸ਼ਾਹ ਸੂਰੀ ਵੇਲੇ ਤੇਰੀ ਤਲਵਾਰ ਕਿੱਥੇ ਸੀ? ਉੱਥੇ ਕਿਉਂ ਨਹੀਂ ਚਲੀ? ਤੇ ਫਕੀਰਾਂ ਦੇ ਉੱਤੇ ਤੇਰੀ ਤਲਵਾਰ ਚਲਦੀ ਹੈ। ਤਾਂ ਗੁਰੂ ਮਹਾਰਾਜ ਦੇ ਚਰਨਾਂ 'ਤੇ ਡਿੱਗਿਆ, ਮਾਫੀ ਮੰਗੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰਾ ਰਾਜ ਮੈਨੂੰ ਵਾਪਸ ਮਿਲੇ। ਤੇ ਸਤਿਗੁਰੂ ਪਾਤਸ਼ਾਹ ਨੇ ਫਿਰ ਬਖਸ਼ਿਸ਼ ਕੀਤੀ, ਉਹਨੂੰ ਰਾਜ ਵੀ ਮਿਲਿਆ। ਕਿ ਤੀਜੇ ਪਾਤਸ਼ਾਹ ਵੇਲੇ ਔਕੜਾਂ ਨਹੀਂ ਆਈਆਂ, ਕਿ ਗੁਰੂ ਰਾਮਦਾਸ ਪਾਤਸ਼ਾਹ ਵੇਲੇ ਔਕੜਾਂ ਨਹੀਂ ਆਈਆਂ, ਕਿ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਤਤੀ ਤਵੀਤੇ ਨਹੀਂ ਬੈਠੇ, ਦੇਗਾਂ ਵਿੱਚ ਨਹੀਂ ਬਿਠਾਏ ਉਬਲਦੀਆਂ। ਸਮੇਂ ਦੀ ਹਕੂਮਤ ਨੇ, ਸਮੇਂ ਦੀ ਸਰਕਾਰ ਨੇ ਇਹ ਜ਼ੁਲਮ ਸਿੱਖਾਂ ਦੇ ਨਾਲ ਸ਼ੁਰੂ ਤੋਂ ਹੁੰਦਾ ਆਇਆ ਹੈ। ਸ਼ੁਰੂ ਤੋਂ ਹੀ ਜਦੋਂ ਦਾ ਸਿੱਖ ਦਾ ਜਨਮ ਹੋਇਆ ਹੈ, ਉਦੋਂ ਤੋਂ ਹੀ ਮੁਸੀਬਤਾਂ ਹਨ। ਖਾਸ ਸੰਗਤ, ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਆਪ ਤਤੀ ਤਵੀਤੇ ਬੈਠੇ ਜ਼ੁਲਮ ਮਿਟਾਉਣ ਵਾਸਤੇ। ਉਹ ਕੀ ਗੁਰੂ ਮਹਾਰਾਜ ਦੇ ਸਿੱਖ ਸ਼ਹੀਦ ਨਹੀਂ ਹੋਏ? ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ ਕੀ ਚਰਖੜੀਆਂ 'ਤੇ ਨਹੀਂ ਚੜ੍ਹੇ? ਭਾਈ ਮਨੀ ਸਿੰਘ ਜੀ ਸ਼ਹੀਦ, ਕਿ ਉਹਨਾਂ ਨੇ ਬੰਦ ਨਹੀਂ ਕਟਵਾਏ ਸਿੱਖੀ ਖਾਤਰ, ਆਪਣੇ ਗੁਰੂ ਦੇ ਪਿਆਰ ਨੂੰ ਕਾਇਮ ਰੱਖਣ ਲਈ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮਹਾਨ ਸ਼ਹਾਦਤ ਨਹੀਂ ਹੋਈ? ਕਾਹਦੇ ਲਈ? ਕਿੱਡੀ ਵੱਡੀ ਕੁਰਬਾਨੀ, ਦੂਜਿਆਂ ਦਾ ਧਰਮ ਬਚਾਉਣ ਲਈ, ਹਿੰਦੂ ਧਰਮ ਦੀ ਰਾਖੀ ਲਈ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋਂ ਵੱਡੋ ਕਲੂ ਮੈਂ ਸਾਕਾ। ਪ੍ਰਗਟ ਭਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ
ਢਾਕੀ ਚਾਦਰ। कि गुरु तेग बहादुर साहब महाराज जी नूं अपनी शहादत नहीं देनी पई। गुरुद्वारा शीशगंज साहिब चांदनी चौक दिल्ली इस गल की गवाही दे रहा है कि इत्थे नौवें पातशाह का खून डुलिया सी। सतगुरु महाराज जी की महान शहादत हुई सी कि धन गुरु गोबिंद सिंह महाराज जी वेले औकड़ां नहीं आईयां, सरबंस वारना पिया, अपने चारे साहिब दे लाल वारे, साध संगत लड़ाइयाँ हुई, जंग होए, 14 जंग होए, सतगुरां ने जिते, प्यारे प्यारे सिख कुर्बान कीते, ते अपना आपा भी पंथ दे नाल निशावर कर दिता। साध संगत कैसे हैं धन गुरु गोबिंद सिंह महाराज सरबंस सुल्तानी गुरु पिता कलगीधर पातशाह जी। ते सतगुर सच्चे पातशाह के सिखां उत्ते औकड़ा शुरू तो ही आईयां हन कि अब्दाली ने साध संगत हमला नहीं किया। श्री हरमंदर साहिब उत्ते साध संगत अहमद शाह दुरानी भी होया है, अहमद शाह अब्दाली भी होया है। कई वारी इन्हां ने जुलम ढाए। श्री अमृतसर साहिब श्री अकाल तख्त साहिब नूं नेस तो नबूर करन लई बड़े यत्न कीते, तोपा चाड़ियां, टैंक चाड़े। श्री हरमंदर साहिब जी दे सरोवर नूं पूरिया, साध संगत पूरिया, और इथों तक इतना पूर दिता भी खेती भी बीजन लग पे। साध संगत इतना पूरिया कि सिखां दे सिर दरबार साहिब च नहीं लगे, सी सरोवर च नहीं लगे। इतनी कतले गारत ये अज दी गल नहीं, 84 दी गल नहीं, ये तां शुरू तो हुंदी आई है। साध संगत अहमद शाह अब्दाली, अहमद शाह दुरानी, नादर साहब साध संगत सिखां दे मुल पाए 80 रुपए सिख दे सिर दा मुल पिया। जिहड़ा सिख दा सीस वट के लाएगा सिर, उन्नू 80 रुपए इनाम दिते जाणगे। साध संगत ऐलान की कर दिता, सिख मारो इनाम पाओ। जिवें 84 में सरकार ने कह दिता सी ना, सिख मारो तो इनाम लो, इनाम दिते गए ने। सिखां नूं खत्म करन लई 84 विच इनाम माया दिती गई, उन्हां नूं हथियार दिते गए। साध संगत तां प्लान सी, एक तरह दा प्लैनिंग सी उन्हां दी, जो कई सालां तो चलदी पई सी, जिसका सिखां नूं पता नहीं लगा भी सरकार ने साडे नाल इह कुछ करना है। क्योंकि असी शुरू तो ही अवेसले रह रहे हैं, अवेसले ध्यान नहीं सिक्खी दे बारे। सतगुरु सच्चे पातशाह ने सानू शास्त्रबद्ध किया है, ते अज असी अमृत छक के राजी नहीं, खंडे दी पाहो लैके राजी नहीं। हुणी मैं तुहानू दसां, ये सैर कल दा वाक़या होना है, पर मैनू हुणी पता लग्या है। ये लागे विसों गार्डन की खबर है। नौजवान बच्चा 23-24 सालों का, 23-24 सालों का नौजवान गुरसिख फैमिली का बच्चा, सारा परिवार अमृतधारी, नाल दे साथियां ने, यार दोस्तां ने उस बच्चे का कत्ल कर दिता। 23-24 सालों का नौजवान सिख बच्चा। मैं ना नहीं लैंदा उस परिवार का, क्योंकि तुहाडे विचों कई जानते होणगे उन्हां नूं, चंगा परिवार है। आ हुणी बच्चे का संस्कार किया साहपुरे आके, बहुत सारी पुलिस नाल सी, बहुत सारी पुलिस नाल। कारण की, क्योंकि संगत गलत मिल गई बच्चे नूं, संगत गलत, यार दोस्त माड़े मिल गए, ते जिन्हां ने मिल के साथ संग उस बच्चे का कत्ल कर दिता। माड़ी संगत। तो बेनती है
भाई नशਿਆਂ तो बचो, गुरु वाले बनो, माड़ी संगत तो अपने बच्चों को बचा के रखो, गुरु घर नाल जोड़ो। साध संग हुंदा की है भी परिवार ते चंगा हुंदा है, माँ बाप चंगे हुंदे हन, पर जरूरी नहीं बच्चे भी चंगे पैदा होणगे, ये भी कोई जरूरी नहीं। साध संगत बहुत सारे बच्चे जुआरी हो जाते हैं, नशिਆਂ ਵਿੱਚ ग्रस्त हो जाते हैं। हुण ਇਹਦੇ ਵੀ ਤੁਸੀਂ आखोगे माँ बाप का कसूर है, कसूर तो है। साध संगत कसूर तो है, क्योंकि शुरू तो ही बचपन तो ही बच्चों को चंगी नसीहत असीं नहीं दे पाते, जिस करके जवानी विच आके बच्चे बिगड़ जाते हैं, भैड़ी संगत ही पै जाते हैं। साध संगत ते उहदा जिहड़ा नुकसान है मापिओं नूं भोगना पैंदा है। नौजवान बच्चा 23-24 सालां दा गुरसिख अमृतधारी परिवार, गलत संगत का नतीजा परिवार नूं भोगना पै रहा है। तो बेनती यही है भाई गुरु वाले बनो, अपने गुरु दे अदब सत्कार डर विच रहो, गुरसिखी ग्रहण करो, संगत करो गुरु पातशाह जी दी, ताकि साध संगत बच्चे नशिਆਂ तो बचे रहन और गुरबाणी पढ़ते रहन। गुरसिख आसक शब्द दे आसक बनो, बाणी दे पुजारी बनो। साध संगत ते ये हमले शुरू तो सिखा नाल धक्का हुंदा आया, ये अज दी गल नहीं है। साध संगत एक इस्त्री होई है डेल हो गोल्डी, साध संगत बाहर दी रहन वाली, इंडोनेशिया उहदा विआह होया ते उस नाल दी साथण सी। सास उन्होंने आखिया भी इंडिया जाना है, धर्म स्थान के दर्शन करने हैं, कहते कई धार्मिक स्थाने के तीर्थ यात्रा दर्शन भी किए। आखिरकार श्री हरमंदर साहब आई, श्री दरबार साहब, श्री अमृतसर साहब। ऐसा मन मोया गया उस स्त्री का। साध संगत कई दिन रही, स्नान भी किया सरोवर विच, गुरु की बाणी सुनी, कीर्तन सुनिया, बड़ा मन ते प्रभाव पाया। श्री हरमंदर साहब का इहो जिहा प्रभाव पाया, वो विदेशी इस्त्री गौरी साध संगत अमृत छकिया। उन्हें अमृत छके भगवान कौर बणी, आखो सतनाम श्री वाहिगुरू। ओदा नाम भगवान को रखा गया। ये हरमंदर साहब जी का प्रभाव है जो कबूलते हैं। ये दरबार साहब जी महानता है साध संगत जो कबूलते हैं। तो इस तरह बहुत सारे ऐसे हवाले हैं। शेरे पंजाब महाराजा रणजीत सिंह दरबार साहब नूं बहुत प्यार करते सन, बहुत सेवा की उन्होंने। निजाम हैदराबाद ने महाराजा साहब के लिए एक चांदनी तैयार की, बहुत सुंदर। एक तार सोने का, एक तार चांदी का, हीरे जड़े सुच्चे मोती लगे हुए। वो चंदोआ तैयार करके भेजा। उस वेले 80 लाख कीमत सी, 80 लाख जो महाराजा साहब नूं भेंट होया। ते जिस वेले चंदोआ लगाया गया महाराजा साहब वास्ते, महाराजा साहब ने बेनती की, अहलकारां ने आप वेख लो, आपदे लिए चंदोआ तैयार किया है। महाराजा साहब वेखण गए ते जदों वेख्या उहदी खूबसूरती नूं, उहदी आभा नूं, ते कहण लगे इस नूं ला दिओ, उतार दिओ, ये रणजीत सिंह दे सिर ते नहीं, गुरु रामदास महाराज दे सिर ते सोभदी है। साध संगत उस वेले चंदोआ लाया गया, सत्कार नाल श्री हरमंदर साहब भेजिया। एक वड्डे थाल विच नाल भेटा मोहरां रख के, बड़ा सत्कार करता सी शेरे पंजाब महाराजा रणजीत सिंह। जदों कीमती चंदोआ उत्थे पुजया,
ਪਤਾ ਕੀਤਾ ਜਥੇਦਾਰ ਨੇ, ਕੌਮ ਦੇ ਜਥੇਦਾਰ ਨੇ, ਇਹ ਵਰਤੀ ਤੇ ਨਹੀਂ ਗਈ ਚੰਦੋਆ, ਇਹ ਚਾਨਣੀ ਵਰਤੀ ਤੇ ਨਹੀਂ ਗਈ ਮਹਾਰਾਜਾ ਸਾਹਿਬ ਲਈ। ਪਤਾ ਲੱਗਿਆ ਬਈ ਲੱਗੀ ਜ਼ਰੂਰ ਸੀ, ਪਰ ਮਹਾਰਾਜਾ ਸਾਹਿਬ ਦੇ ਹੇਠਾਂ ਬੈਠੇ ਨੇ, ਬੈਠੇ ਨਹੀਂ, ਲੱਗੀ ਜ਼ਰੂਰ ਸੀ, ਤਾਣੀ ਜ਼ਰੂਰੀ ਸੀ, ਪਰ ਮਹਾਰਾਜਾ ਸਾਹਿਬ ਬੈਠੇ ਨਹੀਂ। ਆਖਿਆ ਨਹੀਂ, ਇਹ ਵੀ ਗੁਸਤਾਖੀ ਹੈ। ਸੰਗਤ, ਇਹ ਵੀ ਗੁਸਤਾਖੀ ਹੈ ਵੱਡੀ। ਮਹਾਰਾਜੇ ਨੂੰ ਸਜ਼ਾ ਦਿੱਤੀ, 2 ਪਿੰਡਾਂ ਦੀ ਜਗੀਰ, 2 ਲੱਖ ਰੁਪਈਆ ਭੇਟਾ ਕਰੇ, ਤੇ ਮਹਾਰਾਜ ਨੇ ਹੱਥ ਜੋੜੇ, ਸੀਸ ਨਿਵਾਇਆ, ਆਖਿਆ ਫਿਰ ਵੀ ਸ਼ੁਕਰਾਨਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। जुर्माना कबूल किया और सत्संग पर गुरु रामदास महाराज शुकराना किया, भेटा मंजूर हुई, सत्संग माफ़ी भी मंगी। खैर वो चंदवा लगाया तो जदों सत्संग मुड़ के फिर सरदार अरूण सिंह जी होए ने, उस वेले दे प्रबंधक उन्होंने साध संगत सरकार वास्ते समेधी हुकूमत लई आउना सी किते, वो चंदवा उत्थे टंगिया गया। मुड़ के वो चंदवा साहब कीमती चांदनी दरबार साहब च नहीं लगी, क्यों? क्योंकि सरकार वास्ते वरती गई है, मुड़ के नहीं लगी। वो चंदोवा 80 लाख कीमती फिर तोसे खाने भी संभाल के रख दिता गया। हुण उस तो बाद जदों नीला तारा साका ऑपरेशन होया जून 84, उस वेले नेस तो नबी नबूर अग भी सड़के सुआह हुई। सासन अज वो किन्ने करोड़ां दी होनी है। महाराजा साहब का पोतरा कवरनौ निहाल सिंह, उन्हां दी शादी सी, विआह सी। कहंदे हन एक सेरा शाही तैयार होया पोतरे वास्ते जो 9 लाख दा सी, 9 लखा। जदों महाराजा साहब ने वेख्या इतना कीमती शाही तोहफा, वो सेरा जो सिर ते सजना सी पोतरे दे कवरनौ निहाल सिंह दे सिर ते, आख्या नहीं, ये मेरे पोतरे दे सिर ते नहीं सजेगा, ये गुरु रामदास महाराज जी दे दर ते सोभेगा। वो श्री हरमंदर साहिब भेजिया, अपने पोतरे दे सिर ते सेरा नहीं सजाया। ये गुरु रामदास महाराज दर ते सोभेगा, वो सेरा दरबार साहिब भेजिया। हाथ जोड़ के नतमस्तक भी हो, इतना प्यार हरमंदर साहिब नाल। साध संगत ते जून 84 साध ये जिहड़ी वरती श्री हरमंदर साहिब दे टैंक चाड़े गए, तोपां दे गोले श्री अकाल तख्त साहिब नेस तो नबूदा समेधी सरकार जो उस वेले कांग्रेस सरकार सी। साध संगत कारण की बनिया? कारण साडा अपना है, अपनियां गलतियां बहुत हैं। जे अपनी गलती न होवे ते दूसरा तुहाडे वल अख उठा के वेख नहीं सकता। साध संगत साडे सिख लीडरां दी भी गलती है, इहदे विच उन्हां दा भी हथ है। सरकार नूं उकसाया गया और ये जड़ा कम होना सी उन्हां ने गुरु नानक साहिब जी दे प्रकाश दिहाड़े ते करना सी। गुरु नानक पातशाह जी दे प्रकाश दिहाड़े की स्कीम सी, पर सफल ना हो सकी। ते ये जिहड़ी स्कीम सी साध संगत जून 84 विच वरती उन्होंने, और बड़ी चौकसी नाल भी सिखां नूं कन्नों खबर ना होए। साध संगत ते जिस वेले साध संगत अटैक किया गया ते आप जी नूं पता है कितना नुकसान होया। श्री हरमंदर साहिब जी गोले दागे गए, साध संगत टैंक चाड़े गए। पर देखो जिथे शहीद बाबा दीप सिंह जी का पहरा है, जिथे बाबा जी का बुंगा है, कहने ने जदों उत्थे टैंक गया तो टैंक जावे ना, टैंक रुक गया, अगे नहीं बस सकिया। बड़ा जोर लाया, जदों जोर लाया टैंक अगे नहीं बढ़िया, कहते जमीन भी धस गया, जमीन धस गया।
ਉੱਥੇ ਸ਼ਹੀਦ ਸਿੰਘਾਂ ਦਾ ਪਹਿਰਾ ਹੈ। ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪਹਿਰਾ ਹੈ। ਟੈਂਕ ਅੱਗੇ ਨਹੀਂ ਵਧਿਆ। ਸਾਧ ਸੰਗਤ, ਇਹ ਜੂਨ 84 ਵਰਤੀ ਸਿੱਖ ਕਿਵੇਂ ਭੁਲਾ ਸਕਦੇ ਹਨ? ਸ੍ਰੀ ਹਰਿਮੰਦਰ ਸਾਹਿਬ ਦਾ ਸਿੱਖ ਨਾਲ ਬੜਾ ਗਹਿਰਾ ਨਾਤਾ ਹੈ, ਬੜਾ ਗਹਿਰਾ ਰਿਸ਼ਤਾ ਹੈ ਸਿੱਖ ਦਾ ਹਰਿਮੰਦਰ ਸਾਹਿਬ ਦੇ ਨਾਲ। ਜਦੋਂ ਸਿੱਖ ਹਰਿਮੰਦਰ ਸਾਹਿਬ ਜਾਂਦਾ ਹੈ ਨਾ, ਤੇ ਕਹਿੰਦਾ ਮੈਂ ਆਪਣੀ ਨਗਰੀ ਆ ਗਿਆ, ਮੈਂ ਆਪਣੇ ਘਰ ਵਿੱਚ ਆ ਗਿਆ ਹਾਂ। ਸਾਧ ਸੰਗਤ, ਇੰਨਾ ਖੁਸ਼ ਹੁੰਦਾ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ। ਤੇ ਜੂਨ 84 ਨੂੰ ਭੁਲਾ ਸਕਦਾ ਹੈ ਕੋਈ ਵੀ ਸਿੱਖ ਹੈ? ਸਾਧ ਸੰਗਤ, ਜੋ ਸਿੱਖਾਂ ਨਾਲ ਹੋਇਆ ਤੇ ਫਿਰ ਤੇ ਸਿੱਖਾਂ ਨੇ ਕਿਹੜਾ ਬਖਸ਼ਿਆ? ਫਿਰ ਸਮੇਂ ਦੀ ਹਕੂਮਤ ਨੂੰ ਵੰਗਾਰ ਕੇ ਲਲਕਾਰਿਆ ਵੀ। ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਉਹਨਾਂ ਨੇ ਵੀ ਸੋਚ ਲਿਆ ਨੂੰ ਬਖਸ਼ਣਾ ਨਹੀਂ ਇਸ ਪਾਪਾਂ ਨੂੰ, ਇਸ ਹਥਿਆਰਾਂ ਨੂੰ ਬਖਸ਼ਣਾ ਨਹੀਂ, ਹੁਣ ਇਹਨੂੰ ਵੀ ਗੱਡੀ ਚਾੜਾਂਗੇ। ਸਾਧ ਸੰਗਤ, ਆਪਣੇ ਘਰੋਂ ਚਲੇ ਹਨ, ਛੁੱਟੀ ਲਈ, ਬੱਚਿਆਂ ਨੂੰ ਪਿਆਰ ਦਿੱਤਾ, ਆਸ਼ੀਰਵਾਦ ਦਿੱਤਾ, ਔਰ ਇਹ ਵੀ ਪਤਾ ਸੀ ਅਸੀਂ ਮੁੜ ਕੇ ਨਹੀਂ ਆਉਣਾ। ਨਿੱਕੇ ਨਿੱਕੇ ਬੱਚੇ, ਸਾਧ ਸੰਗਤ, ਆਖਿਆ ਸੀ ਮੁੜ ਕੇ ਨਹੀਂ ਆਉਣਾ, ਪਤਾ ਸੀ ਉਹਨਾਂ ਨੂੰ। ਸਾਧ ਸੰਗਤ, ਔਰ ਜਦੋਂ ਸਮਾਂ ਆਇਆ 31 ਅਕਤੂਬਰ 84 ਵਿੱਚ, ਸਵੇਰੇ ਦਾ ਟਾਈਮ ਸੀ, ਤਕਰੀਬਨ 9:20 ਦਾ ਹੋਏਗਾ। ਜਦੋਂ ਸਾਧ ਸੰਗਤ ਟਹਿਲਣ ਵਾਸਤੇ ਸੈਰ ਕਰਨੀ ਬਾਹਰ ਉਹ ਨਿਕਲੀ ਬਗੀਚੇ ਵਿੱਚ, ਉੱਥੇ ਆਪਣੇ ਘਰ ਦੇ ਸਾਹਮਣੇ ਰੋਜ਼ ਹੀ ਟਹਿਲਦੀ ਸੀ। ਉੱਥੇ ਇੰਦਰਾ ਗਾਂਧੀ ਰੋਜ਼ ਹੀ ਬਾਹਰ ਆਉਂਦੀ ਸੀ, ਔਰ ਇਹ ਸਿਕਿਉਰਟੀ ਗਾਰਡ ਸਨ। ਸਾਧ ਸੰਗਤ, ਆ ਕੇ ਸਤਿ ਸ੍ਰੀ ਅਕਾਲ ਬੁਲਾਉਂਦੀ ਸੀ, ਹੱਥ ਜੋੜ ਕੇ ਦੋਨਾਂ ਨੂੰ ਨਮਸਕਾਰ ਵੀ ਕਰਦੀ ਸੀ, ਕਿਉਂਕਿ ਸਿਕਿਉਰਟੀ ਗਾਰਡ ਹਨ, ਭਰੋਸਾ ਵੀ ਪੂਰਾ ਸੀ ਉਹਨੂੰ। ਸਾਧ ਸੰਗਤ, ਪਰ ਵੇਖੋ ਮੌਤ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਸਾਧ ਸੰਗਤ, ਜਦੋਂ ਮੌਤ ਆਈ ਹੁੰਦੀ ਹੈ ਨਾ, ਤਾਂ ਜਿੰਨੀ ਮਰਜ਼ੀ ਸਿਕਿਉਰਟੀ ਟਾਈਟ ਹੋਵੇ, ਜੋ ਮਰਜ਼ੀ ਹੋਵੇ, ਮੌਤ ਨੇ ਆ ਜਾਣਾ ਹੈ। ਮੌਤ ਬਾਹਰੋਂ ਨਹੀਂ ਆਉਣੀ, ਮੌਤ ਅੰਦਰ ਬੈਠੀ ਹੋਈ ਹੈ। ਉਸੇ ਵੇਲੇ ਮੌਕਾ ਵੇਖ ਲਿਆ, ਤਿਆਰੀ ਸੀ ਇਹਨਾਂ ਦੀ ਪੂਰੀ, ਦੋਨਾਂ ਦੀ। ਸਾਧ ਸੰਗਤ, ਉਸੇ ਵੇਲੇ ਜਿੰਨੀਆਂ ਗੋਲੀਆਂ ਸਨ ਨਾ, ਓਨੀਆਂ ਗੋਲੀਆਂ ਸਾਧ ਸੰਗਤ ਮਾਰੀਆਂ, ਔਰ ਸਾਰਾ ਸਰੀਰ ਛਲਨੀ ਛਲਨੀ ਕਰ ਦਿੱਤਾ ਇੰਦਰਾ ਪਾਪਣ ਦਾ। ਸਾਧ ਸੰਗਤ, ਛਲਨੀ ਛਲਨੀ 9:30 ਵਜੇ ਦੇ ਕਰੀਬ, ਜਿਸ ਵੇਲੇ 9:30 ਤੋਂ ਬਾਅਦ ਏਮਸ ਦੇ ਵਿੱਚ ਜੋ ਸਫਦਰ ਜੰਗ ਹੈ, ਇੱਥੇ ਪੁੱਜਦੀ ਹੈ ਇੰਦਰਾ ਗਾਂਧੀ ਦੀ ਲਾਸ਼। ਤਾਂ ਉਸ ਵੇਲੇ ਰੇਡੀਓ 'ਤੇ ਪਤਾ ਲੱਗਦਾ ਹੈ, ਕਿਉਂਕਿ ਨਿੱਕੇ ਨਿੱਕੇ ਰੇਡੀਓ ਲੋਕੀ ਰੱਖਦੇ ਸਨ। ਉਸ ਵੇਲੇ ਇੰਟਰਨੈਟ ਨਹੀਂ ਸੀ ਜਾਂ ਫੋਨ ਨਹੀਂ ਸੀ, ਕੋਈ ਸਹੂਲਤ ਨਹੀਂ ਸੀ। ਤਾਂ ਰੇਡੀਓ ਵਿੱਚੋਂ ਖਬਰ ਆਈ ਹੈ ਵੀ ਇਸ ਵੇਲੇ ਇੰਦਰਾ ਗਾਂਧੀ ਦਾ ਸਰੀਰ ਏਮਸ ਵਿੱਚ ਆਇਆ ਹੈ। ਤਾਂ ਉਸ ਵੇਲੇ ਦਾਸ ਉੱਥੇ ਹੀ ਸੀ, ਇੱਕ DTC ਬੱਸ ਵਿੱਚ, ਜੋ ਅੱਗੇ ਜਾਣਾ ਸੀ ਮਹਿਰੌਲੀ। ਤੇ ਜਿਸ ਵੇਲੇ ਕਿਸੇ ਨੇ ਰੇਡੀਓ ਖੋਲ੍ਹਿਆ, ਸਮਾਚਾਰ ਸੁਣਿਆ, ਡਰਾਈਵਰ ਨੂੰ ਪਤਾ ਲੱਗਿਆ, ਉਹਨੇ ਆਖਿਆ ਬੱਸ ਨਿਕਾਲੋ ਇੱਥੋਂ। ਰੈਡ ਲਾਈਟ ਸੀ, ਗੱਡੀ ਖੜੀ ਸੀ ਬੱਸ। ਉਸ ਵੇਲੇ ਗੱਡੀ ਉੱਥੋਂ ਨਿਕਾਲੀ, ਬੱਸ ਨਿਕਾਲੀ, ਦਾਸ ਉਸੇ ਗੱਡੀ ਵਿੱਚ ਹੀ, ਉਸ DTC ਬੱਸ ਵਿੱਚ ਅੱਗੇ ਜਾਣਾ ਸੀ। ਸਾਧ ਸੰਗਤ, ਤੇ ਸਮੇਂ ਸਮੇਂ ਦੀ ਗੱਲ ਹੈ, ਉੱਥੋਂ ਸਾਡੀ ਬੱਸ ਨਿਕਲੀ ਹੈ। ਤੇ ਸਾਧ ਸੰਗਤ, ਪਤਾ ਲੱਗਿਆ ਥੋੜ੍ਹੀ ਦੇਰ ਬਾਅਦ, ਉਸ ਤੋਂ ਬਾਅਦ ਇਹ ਸਾਰਾ ਕੁਝ ਵਾਪਰਨਾ ਆਰੰਭ ਹੋ ਗਿਆ। ਫਿਰ ਨਹੀਂ ਵੇਖਿਆ ਉਹਨਾਂ ਨੇ, ਬਸ ਉਹਨਾਂ ਨੇ ਸਿੱਖ ਹੀ ਵੇਖਿਆ। ਇਹਦੇ ਮੂੰਹ 'ਤੇ ਦਾੜਾ ਹੈ, ਦਸਤਾਰ ਬੱਧੀ ਹੈ, ਪੱਗ ਬੱਧੀ ਹੈ। ਫਿਰ ਲੱਭ ਲੱਭ ਕੇ ਚੁਣ ਚੁਣ ਕੇ ਮਾਰਨੇ ਆਰੰਭ ਕੀਤੇ। ਘਰ ਲੱਭੇ ਸਿੱਖਾਂ ਦੇ। ਸਾਧ ਸੰਗਤ, ਔਰ ਘਰਾਂ ਨੂੰ, ਦੁਕਾਨਾਂ ਨੂੰ ਅੱਗਾਂ ਲਾਈਆਂ, ਗਲਾਂ ਵਿੱਚ ਟਾਇਰ ਪਾਏ ਗਏ। ਸਾਧ ਸੰਗਤ, ਗਲਾਂ ਵਿੱਚ ਟਾਇਰ, ਔਰ ਇਸ ਤਰ੍ਹਾਂ ਸਿੱਖਾਂ ਦਾ ਕਤਲੇਆਮ ਕੀਤਾ ਸਮੇਂ ਦੀ ਹਕੂਮਤ ਕਾਂਗਰਸ ਨੇ। ਸੋ ਸਿੱਖ ਭੁਲਾ ਸਕਦਾ ਹੈ? ਕੋਈ ਵੀ ਸਿੱਖ ਨਹੀਂ ਭੁਲਾ ਸਕਦਾ। ਸਾਧ ਸੰਗਤ, ਇਸ ਸ਼ਹਾਦਤ ਨੂੰ, ਜੋ ਸਿੱਖਾਂ ਨਾਲ ਧੱਕਾ ਹੋਇਆ, ਕਤਲੇਆਮ ਹੋਇਆ,
ਇਹ ਨਹੀਂ ਭੁੱਲ ਸਕਦਾ ਸਿੱਖ ਮਰਦੇ ਦਮ ਤੱਕ ਵੀ ਸਾਧ ਸੰਗਤ ਹੈ। ਫਿਰ ਵੇਖੋ ਹਾਲ ਕੀ ਹੋਇਆ ਉਸ ਪਾਪੰਡ ਇੰਦਰਾ ਦਾ, ਸਰੀਰ ਛਲਨੀ ਛਲਨੀ ਹੋਇਆ ਸਾਧ ਸੰਗਤ ਦੀ। ਤੇ ਜਿਹੜਾ ਵੀ ਗੁਰੂ ਘਰ ਨਾਲ ਧੱਕਾ ਕਰਦਾ ਹੈ ਉਹਨਾਂ ਦਾ ਹਾਲ ਇਹੀ ਹੋਇਆ, ਜਿਹੜਾ ਹੁਣ ਵੀ ਕਰਦੇ ਪਏ ਨੇ ਹੁਣ ਵੀ ਇਹੀ ਹਾਲ ਹੋਣਾ। ਵੇਖ ਲੈਣਾ ਤੁਸੀਂ ਕਿਸਾਨਾਂ ਦੇ ਨਾਲ ਕੀ ਹੁੰਦਾ ਪਿਆ, 10 ਮਹੀਨੇ ਹੋ ਗਏ ਹਨ, ਅੱਜ ਵੀ ਉਹੀ ਹਕੂਮਤ ਹੈ। ਸਾਸਨ ਕਾਂਗਰਸ ਕਹਿ ਲਓ ਭਾਵੇਂ BJP ਕਹਿ ਲਓ, ਇੱਕੋ ਹੀ ਗੱਲ ਹੈ ਦੋਨਾਂ ਦੀ, ਰਲੇ ਮਿਲੇ ਹਨ, ਕੋਈ ਫਰਕ ਨਹੀਂ ਹੈ। ਸਾਧ ਸੰਗਤ ਹਾਲ ਹੁਣ ਵੀ ਇਹੀ ਹੋਣਾ ਹੈ, ਜੋ ਉਸ ਪਾਪਣ ਦਾ ਹੋਇਆ ਹਾਲ ਹੁਣ ਵੀ ਇਹੀ ਹੋਣਾ ਹੈ, ਕਿਉਂਕਿ ਉਸ ਵਾਹਿਗੁਰੂ ਨੇ ਛੱਡਣਾ ਨਹੀਂ ਕਿਸੇ ਨੂੰ। ਸਾਧ ਸੰਗਤ ਛੱਡਣਾ ਨਹੀਂ ਕਿਸੇ ਨੂੰ ਵੀ। तो गुरु पातशाह कृपा ਕਰਨ ਸਮਾਂ ਹੋ ਗਿਆ ਹੈ, ਪਿਆਰ ਦਿੱਤਾ ਆਪ ਜੀ ਨੇ, ਆਸ਼ੀਰਵਾਦ ਦਿੰਦੇ ਹੋ। ਮੈਂ ਭੇਜੀ ਹੈ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸਮਾਂ ਦੇ ਕੇ ਨਿਵਾਜਿਆ ਹੈ, ਆਪ ਸੰਗਤਾਂ ਦੇ ਦਰਸ਼ਨ ਕਰਵਾਏ ਹਨ। मैं तो यही अर्ज करांगा भाई, दद दोष न देव किसै, दोष कर्मा आपनिया। जो मैं किया सो मैं पाया, दोष न दीजे अवरदना। अज असी कहते हैं ना सानू कांग्रेस ने मारिया, सानू उन्होंने मारिया भाई, अपना भी दोष है। थोड़ा जा त्यार बर त्यार रहो, अमृत छको, गुरु वाले बनो। साध संगत नशियां तो बचो, नितनेम दे धारनी बनो, संगत विच आओ, इतिहास पढ़िया करो गुरसिखी दा। एडा वड्डा समुंदर इतिहास, एडी बाणी जदों जुड़ोगे ना अपने विरसे नाल, फिर सासन कोई तुहाडा वाल विंगा नहीं कर सकता, कोई तुहाडा कुछ नहीं बिगाड़ सकता जदों तुसीं अपने गुरु वाले बन जाओगे। याद रखना सासन ससरबद्ध हो, गुरु की कृपान महाराज सच्चे पातशाह ने सानू गात्रे वाली कृपान दी है। अज असी गुरेज करते हैं, वो भी नहीं पाउंदे साध संगत। सो बेनती है भाई सारे ससरबद्ध होवो, खंडे की पाहुल लवो, अपने बच्चों को बाणी नाल जोड़ो, सिख विरसे नाल जोड़ो। और देखो गुरु महाराज किन्नी चढ़दी कला बख्शदे हन, तुहाडे वल कोई वेख नहीं सकेगा, इन्ना प्रताप है गुरु के सिख दा। बाणी विच बहुत वड्डा प्रताप है, बड़ी ताकत है गुरबाणी दे विच। जदों गुरु वाले असीं बन जावांगे, हर कोई सानू झुक के नमस्कार करेगा। साध संगत तो इस वास्ते बेनती है भाई, त्यार बर त्यार होवो, गुरु के सिख बनो, अवेसरे ना होवो, आलसी ना होवो, गुरु की बाणी पढ़ो सुनो और अपने जीवन में बना लो भाई। लोग सुखिए पर लोग सुहेले, नानक हर प्रभु आपे मेरिया पुना बख्श लेना। फतेह दी सांझ पाओ। वाहिगुरु जी का खालसा, वाहिगुरु जी की फतेह।